श्री वाहिगुरु साहिब जीओ। श्री राग महला पंजवां। गुर परमेश्वर पूजिए मन तन लाए प्यार, सतगुर दाता जीअ का सब सै दे आधार। सतगुर बचन कमावणे सच्चा एहो विचार। बिन साधु संगत रतियां माया मोह सब शार। मेरे सज्जन मेरे साजन हर हर नाम संभाल। साधु संगत मन वसै पूरन होवै काल। रहाओ गुर समरथ अपार गुर वड भागी दर्शन होए। गुर अगोचर निर्मला गुर जेवड अवर ना कोय। गुर करता गुर करनहार गुरमुख सच्ची सोए। गुर ते बाहर किछ नहीं गुर कीता लोड़े सो होए। गुर तीरथ गुर पार जात गुर मनसा पूरण हार। गुर दाता हर नाम दे उधरै सब संसार। गुर समरथ गुर निरंकार गुर ऊंचा अगम अपार। गुर की महिमा अगम है क्या कथे कथनहार। जितड़े फल मन बाछिए तितड़ै सतगुरु पास। पूरब लिखे पावणै साच नाम दे रास। सतगुर शरणी आया बाहड़ नहीं विनाश। हर नानक कदे न विसरो ਇਹੋ ਜੀਓ ਪਿੰਡ ਤੇਰਾ ਸਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜੋ ਫੇਸਬੁੱਕ ਲਾਈਵ ਮਾਧਿਅਮ ਦੇ ਰਾਹੀਂ ਗੁਰਬਾਣੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਜੋ ਗਿਆਨ ਰੂਪ ਦੇ ਵਿੱਚ ਆਪ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਈਦੇ ਨੇ। ਸਤਿਗੁਰੂ ਕੀ ਅੰਮ੍ਰਿਤਮਈ ਪਾਵਨ ਬਾਣੀ ਦਾ ਜੋ ਵਿਸਥਾਰ ਹੈ, ਜੋ ਸਾਨੂੰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗਿਆਨ ਦਿੰਦੀ ਹੈ, ਉਸ ਗਿਆਨ ਦਾ ਵਿਕਾਸ ਜਦੋਂ ਸਾਡੀ ਮੱਤ, ਸਾਡੀ ਬੁੱਧ, ਸਾਡੀ ਸੁਰਤ ਵਿੱਚ ਹੁੰਦਾ ਹੈ, ਫਿਰ ਸਾਡੇ ਜੀਵਨ ਦੀ ਸ਼ੈਲੀ ਦੇ ਵਿੱਚ, ਸਾਡੇ ਜਿਉਣ ਦੇ ਢੰਗ ਦੇ ਵਿੱਚ ਬਦਲਾਵ ਆਉਣਾ ਜ਼ਰੂਰੀ ਹੈ ਅਤੇ ਜ਼ਾਹਰਾ ਤੌਰ 'ਤੇ ਬਦਲਾਵ ਆਉਂਦਾ ਵੀ ਹੈ। ਕਿਉਂਕਿ ਸਤਿਗੁਰ ਦਾ ਗਿਆਨ ਐਸਾ ਹੈ ਜੋ ਸਾਡੇ ਅੰਦਰ ਸੱਚ ਨੂੰ ਪ੍ਰਗਟ ਕਰਦਾ ਹੈ। ਗਿਆਨ ਕਿਤੋਂ ਵੀ ਲਿਆ ਜਾ ਸਕਦਾ ਹੈ। ਅਸੀਂ ਸੜਕ 'ਤੇ ਚੱਲਦੇ ਹਾਂ, ਬੜੇ ਅਸੀਂ ਤਰੀਕੇ ਦੇ ਭਾਂਤ ਦੇ ਪੋਸਟਰ ਪੜ੍ਹਦੇ ਹਾਂ, ਬੜੇ ਸਾਈਨ ਪੜ੍ਹਦੇ ਹਾਂ। ਇਹ ਸਾਰੇ ਜੋ ਕੁਝ ਨੇ ਮਨੁੱਖ ਨੂੰ ਸੁਚੇਤ ਕਰਨ ਵਾਸਤੇ, ਗਿਆਨ ਦੇਣ ਵਾਸਤੇ ਨੇ। ਅਤੇ ਤੁਸੀਂ ਕਦੀ ਇਹ ਵੀ ਖਿਆਲ ਕੀਤਾ ਹੋਣਾ, ਉਹਨਾਂ ਹੀ ਸੜਕਾਂ ਦੇ ਉੱਪਰ ਵੱਖ-ਵੱਖ ਫਿਲਮਾਂ ਦੀਆਂ ਐਡਵਰਟਾਈਜ਼ਮੈਂਟਾਂ ਵੀ ਨੇ, ਵੱਖ-ਵੱਖ ਫੂਡ ਕੰਪਨੀਆਂ ਦੇ ਵੀ ਇਸ਼ਤਿਹਾਰ ਤੁਹਾਨੂੰ ਮਿਲਣਗੇ। ਗੱਲ ਕੀ ਹਰ ਮਨੁੱਖ ਇਹ ਚਾਹੁੰਦਾ ਹੈ ਕਿ ਹਰ ਇੱਕ ਬਿਜ਼ਨਸਮੈਨ ਇਹ ਚਾਹੁੰਦਾ ਹੈ ਕਿ ਜਦੋਂ ਮਨੁੱਖ ਸੜਕ ਤੋਂ ਲੰਘੇ, ਉਹ ਜਿਵੇਂ ਲੰਘੇ ਮੇਰੇ ਬਿਜ਼ਨਸ ਨੂੰ ਵੀ ਜਾਣੇ। ਇਸੇ ਕਰਕੇ ਹਾਈਵੇਆਂ ਦੇ ਉੱਤੇ, ਫ੍ਰੀਵੇਆਂ ਦੇ ਉੱਪਰ ਤੁਹਾਨੂੰ ਬਹੁਤਾਤ ਵੱਡੇ ਪੱਧਰ ਦੇ ਉੱਪਰ ਇਸ਼ਤਿਹਾਰ ਮਿਲਣਗੇ। ਜਿਵੇਂ ਤੁਸੀਂ ਕਿਸੇ ਸਿਟੀ ਵਿੱਚ ਐਂਟਰ ਹੋਣਗੇ, ਤੁਹਾਨੂੰ ਉੱਥੇ ਕੋਈ ਬੰਦਾ ਨਹੀਂ ਖਲੋਤਾ। ਉੱਥੇ ਜੋ ਲਿਖੇ ਹੋਏ ਅੱਖਰ ਨੇ, ਜੋ ਲਿਖੇ ਹੋਏ ਸ਼ਬਦ ਨੇ, ਉਹ ਸਾਨੂੰ ਗਿਆਨ ਦੇਣਾ ਨੇ, ਕਿਉਂਕਿ ਬੰਦੇ ਨੂੰ ਬੋਲਣਾ ਪੈਣਾ ਹੈ। ਪਰ ਅੱਖਰ ਇੱਕ ਐਸਾ ਗਿਆਨ ਆ ਜਿਹਨੂੰ ਬੋਲਣ ਦੀ ਲੋੜ ਨਹੀਂ, ਜਿਹੜਾ ਆਪ ਬੋਲਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਸਿੱਖ ਨੂੰ ਦੇਹ ਦਾ ਪੁਜਾਰੀ ਨਹੀਂ ਬਣਾਇਆ।
ਕਿਉਂਕਿ ਦੇਹ ਨੂੰ ਬੁਲਾਇਆ ਬੋਲਣਾ ਪੈਂਦਾ, ਪਰ ਜਿਹੜਾ ਸ਼ਬਦ ਆ ਨਾ ਉਹ ਨਿਰੰਤਰ ਬੋਲਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਸਿੱਖ ਦਾ ਜਦੋਂ ਗੁਰੂ ਧਾਰਨ ਕੀਤਾ ਹੈ ਤੇ ਸਾਹਿਬ ਜੀ ਸਿੱਖ ਦੇ ਗੁਰੂ ਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਹੜਾ ਅੱਖਰ ਆ, ਜਿਹੜਾ ਸ਼ਬਦ ਆ, ਜਿਸ ਸ਼ਬਦ ਵਿੱਚੋਂ ਸਾਨੂੰ ਗਿਆਨ ਮਿਲੇ, ਸਾਡੀ ਜੀਵਨ ਦੀ ਸ਼ੈਲੀ ਵਿੱਚ ਬਦਲਾਵ ਆਵੇ, ਸਾਡੇ ਅੰਦਰ ਪੋਜ਼ਿਟਿਵਿਟੀ ਆਵੇ। ਵੇਖੋ, ਅੱਖਰ ਨੈਗੇਟਿਵਿਟੀ ਵੱਲ ਵੀ ਲੈ ਕੇ ਜਾਂਦੇ ਨੇ, ਸ਼ਬਦ ਪੋਜ਼ਿਟਿਵਿਟੀ ਵੱਲ ਵੀ ਲੈ ਕੇ ਜਾਂਦੇ ਨੇ। ਕੁਝ ਅੱਖਰ ਨੇ ਜੋ ਸਾਡੇ ਮਨ ਉੱਤੇ ਮੈਲ ਪੈਦਾ ਕਰਦੇ ਨੇ, ਕੁਝ ਸਾਡੇ ਅੱਖਰ ਨੇ ਜਿਹੜੇ ਸਾਡੇ ਮਨ ਤੋਂ ਮੈਲ ਧੋਂਦੇ ਨੇ। ਹੁਣ ਇਹ ਨਿਰਣੈ ਅਸੀਂ ਕਰਨਾ ਹੈ ਕਿ ਅਸੀਂ ਕਿਹੜੇ ਅੱਖਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਜੇ ਅਸੀਂ ਆਪਣੇ ਜੀਵਨ ਦਾ ਆਧਾਰ ਗੁਰਬਾਣੀ, ਗੁਰੂ ਸ਼ਬਦ ਨੂੰ ਬਣਾਵਾਂਗੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੂੰ ਇਹ ਕਹਿਣਾ ਪਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਹਿੰਦੇ ਗੁਰਬਾਣੀ, ਗੁਰੂ ਜੀ ਨੇ ਸ਼ਬਦ ਵਰਤਿਆ ਹੈ, ਉਹ ਬਾਣੀ, ਉਹ ਸ਼ਬਦ ਜੋ ਮੇਰੇ ਅੰਦਰ ਗਿਆਨ ਪ੍ਰਗਟ ਕਰੇ, ਮੇਰੇ ਅੰਦਰ 'ਚੋਂ ਅੰਧੇਰਾ ਖਤਮ ਕਰੇ, ਅਗਿਆਨਤਾ ਮਿਟਾ ਦੇਵੇ। ਜਦੋਂ ਮੈਂ ਉਸ ਸ਼ਬਦ ਨਾਲ ਜੁੜਦਾ ਹਾਂ ਜੋ ਮੇਰੇ ਅੰਦਰ ਅਗਿਆਨਤਾ ਦਾ ਅੰਧੇਰਾ ਮਿਟਾਉਂਦਾ ਹੈ, ਤੇ ਫਿਰ ਮੇਰੀ ਆਤਮਿਕ ਤੌਰ 'ਤੇ ਮੈਂ ਮਜ਼ਬੂਤ ਹੁੰਦਾ ਹਾਂ। ਫਿਰ ਜਿਵੇਂ ਜਿਵੇਂ ਮਨੁੱਖ ਦੀ ਆਤਮਾ ਮਜ਼ਬੂਤ ਹੁੰਦੀ ਜਾਂਦੀ ਹੈ, ਮਨੁੱਖ ਦੀ ਵਿਲ ਪਾਵਰ ਸਟਰੋਂਗ ਹੁੰਦੀ ਜਾਂਦੀ ਹੈ, ਮਨੁੱਖ ਦੀਆਂ ਸੋਚਾਂ ਦਾ, ਮਨੁੱਖ ਦੀ ਬੋਲ ਚਾਲ ਵਿੱਚ ਪਵਿੱਤਰਤਾ ਆਉਣ ਲੱਗਦੀ ਹੈ। ਫਿਰ ਇਹ ਬਾਣੀ ਅਗਲੀ ਪੰਕਤੀ ਗੁਰੂ ਜੀ ਕਹਿੰਦੇ ਨੇ, ਫਿਰ ਸਤਿਗੁਰ ਸਾਹਿਬ ਕਹਿੰਦੇ ਸਿੱਖ ਦਾ ਸੁਭਾਅ ਕੈਸਾ ਬਣਦਾ ਹੈ, ਅੰਮ੍ਰਿਤ ਬੋਲੈ ਸਦਾ ਮੁਖ ਵੈਣੀ। ਫਿਰ ਉਹਦੀ ਆਤਮਾ ਦੀ ਚੜ੍ਹਦੀ ਕਲਾ ਦੇ ਵਿੱਚੋਂ, ਆਤਮਾ ਦੀਆਂ ਬੁਲੰਦੀਆਂ ਦੇ ਵਿੱਚੋਂ ਜਦੋਂ ਵੀ ਉਹ ਆਪਣੇ ਮੁਖ ਤੋਂ ਬੋਲਦਾ ਹੈ, ਚੜ੍ਹਦੀ ਕਲਾ ਦੇ ਅੰਮ੍ਰਿਤ ਦੇ ਬੋਲ ਬੋਲਦਾ ਹੈ, ਤਾਂ ਕਿ ਦੂਸਰੇ ਦੇ ਵੀ ਉਹ ਬੋਲ ਸੁਣ ਕੇ, ਦੂਸਰਾ ਵੀ ਇਸ ਬੋਲਾਂ ਨੂੰ ਸੁਣ ਕੇ ਉਹ ਵੀ ਚੜ੍ਹਦੀ ਕਲਾ ਤੇ ਆਤਮਿਕ ਤੌਰ 'ਤੇ ਮਜ਼ਬੂਤ ਹੋ ਜਾਵੇ। ਬੰਦਾ ਜਦੋਂ ਬੋਲਦਾ ਹੈ, ਕਈ ਬੋਲ ਸਾਡੇ ਮਨ ਉੱਤੇ ਹਿੱਟ ਕਰਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਮੈਨੂੰ ਇਸ ਬੰਦੇ ਦੇ ਇਹ ਬੋਲ ਚੰਗੇ ਨਹੀਂ ਲੱਗੇ, ਬੋਲ ਤੇ ਬੋਲ ਹੀ ਰਿਹਾ ਹੈ। ਪਰ ਸਾਹਿਬ ਜੀ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਇਹ ਗੱਲ ਮੈਂ ਤਾਂ ਪਹਿਲ ਆਧਾਰ 'ਤੇ ਕਹਿ ਰਿਹਾ ਕਿਉਂਕਿ ਜਿਹੜਾ ਅੱਜ ਦਾ ਸ਼ਬਦ ਆ ਨਾ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬੜੀ ਰਹਿਮਤ ਦੇ ਘਰ ਵਿੱਚ ਆ ਕੇ ਬਾਰ-ਬਾਰ ਇੱਕ ਸ਼ਬਦ ਵਿੱਚ ਤੁਹਾਨੂੰ ਗੁਰ ਸ਼ਬਦ ਮਿਲੇਗਾ। ਗੁਰ, ਸਤਿਗੁਰ, ਸਤਿਗੁਰੂ, ਇਹ ਸਾਰੇ ਸ਼ਬਦ ਜਿਹੜੇ ਨੇ ਨਾ, ਇਹ ਸੱਚੇ ਪਾਤਸ਼ਾਹ ਗੁਰਦੇਵ ਜੀ ਮਹਾਰਾਜ ਜੀ ਨੇ ਕਿਸੇ ਦੇਹ ਨਾਲ ਨਹੀਂ ਜੋੜੇ, ਅਤੇ ਨਾ ਗੁਰੂ ਸਾਹਿਬਾਨ ਨੇ ਆਪਣੀ ਦੇਹ ਨਾਲ ਜੋੜੇ ਨੇ। ਸਾਹਿਬ ਜੀ ਦਾ ਗੁਰ ਦਾ ਮਤਲਬ ਹੈ ਗਿਆਨ। ਜਦੋਂ ਸਤਿਗੁਰ ਲੱਗ ਗਿਆ ਤੇ ਸੱਚਾ ਗਿਆਨ ਜੋ ਸਾਡੇ ਅੰਦਰ ਸੱਚਾਈ ਪ੍ਰਗਟ ਕਰੇ। ਸਾਹਿਬ ਕਹਿੰਦੇ ਨੇ ਜੇ ਰੱਬ ਆ ਨਾ ਦੁਨੀਆ 'ਤੇ ਕੋਈ, ਤੇ ਉਹ ਕੀ ਹੈ? ਸ਼ਿਰਾਗ ਮਹੱਲਾ ਪੰਜਵਾਂ। ਗੁਰੂ ਜੀ ਆਪਣੀ ਗੱਲ ਚਾਲੂ ਕਰਦੇ ਨੇ, ਪਰ ਇਸ ਤੋਂ ਪਹਿਲਾਂ ਆਪਾਂ ਰਹਾਉ ਦੀਆਂ ਪੰਕਤੀਆਂ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਪਾਵਨ ਸ਼ਬਦ ਦੀਆਂ। ਸਾਹਿਬ ਜੀ ਕਿਰਪਾ ਕਰ ਰਹੇ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ, ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ, ਪੂਰਨ ਹੋਵੈ ਕਾਲ। ਮੇਰੇ ਸਾਜਨ, ਹੇ ਮੇਰੇ ਮਿੱਤਰ, ਹੇ ਮੇਰੇ ਦੋਸਤ, ਹੇ ਮੇਰੇ ਸਨੇਹੀ, ਕੀ ਕਰ? ਹਰ ਹਰ ਨਾਮ ਸੰਭਾਲ। ਆਪਣੇ ਜੀਵਨ ਦੇ ਵਿੱਚ ਜੇ ਕਿਸੇ ਚੀਜ਼ ਨੂੰ ਤੂੰ ਵਸਾਉਣਾ ਚਾਹੁੰਦਾ ਹੈ ਤੇ ਉਹ ਕੇਵਲ ਪਰਮਾਤਮਾ ਦਾ ਗਿਆਨ ਹੈ। ਹਰ ਦਾ ਮਤਲਬ ਹੈ ਪਰਮਾਤਮਾ, ਨਾਮ ਦਾ ਮਤਲਬ ਹੈ ਉਹਦਾ ਗਿਆਨ। ਪਰਮਾਤਮਾ ਨੂੰ ਜਾਣ, ਪਰਮਾਤਮਾ ਨੂੰ ਸਮਝ, ਉਹਦੇ ਗਿਆਨ ਨੂੰ ਆਪਣੇ ਅੰਦਰ ਦਾ ਸੰਭਾਲ। ਆਪਣੇ ਅੰਦਰ ਜੇ ਕਿਸੇ ਨੂੰ ਜਗ੍ਹਾ ਦੇਣੀ ਹੈ ਤੇ ਉਹ ਪਰਮਾਤਮਾ ਦੇ ਗਿਆਨ ਨੂੰ ਦੇ, ਤੇ ਇਹ ਗਿਆਨ ਦੇ ਵਿੱਚੋਂ ਪ੍ਰਾਪਤੀ ਕੀ ਹੋਵੇਗੀ? ਸਾਧੂ ਸੰਗਤ ਮਨ ਵਸੈ। ਫਿਰ ਸਤਿਗੁਰੂ ਦੇ ਗੁਰੂ ਸ਼ਬਦ ਦੀ ਉਹ ਸ਼ਬਦ ਜੋ ਸਾਧੇ ਹੋਏ ਨੇ, ਉਹ ਸ਼ਬਦ ਜੋ ਕਮਾਏ ਹੋਏ ਨੇ, ਉਹ ਗਿਆਨ ਜੋ ਮਨੁੱਖ ਨੇ ਜੀਵਨ ਵਿੱਚ ਹੰਢਾਇਆ ਹੈ। ਵੇਖੋ, ਸਾਇੰਸ ਨੇ ਖੋਜ ਕੀਤੀ ਹੈ, ਪਹਿਲਾਂ ਖੋਜ ਕੀਤੀ ਗਈ ਹੈ, ਫਿਰ ਥਿਊਰੀ ਲਿਖੀ ਗਈ ਹੈ। ਜੇ ਅਸੀਂ ਅੱਜ ਵੇਖਦੇ ਹਾਂ, ਗੈਲੀਲੀਓ ਦਾ ਸਿਧਾਂਤ ਪੜ੍ਹਦੇ ਹਾਂ ਜਾਂ ਡਾਰਵਿਨ ਦੇ ਸਿਧਾਂਤ ਨੂੰ ਪੜ੍ਹਦੇ ਹਾਂ, ਇਹ ਉਹਨਾਂ ਨੇ ਪਹਿਲਾਂ ਖੋਜਾਂ ਕੀਤੀਆਂ ਨੇ, ਫਿਰ ਉਹਨਾਂ ਨੇ ਆਪਣੀ ਥਿਊਰੀ ਲਿਖੀ ਹੈ। ਕਿਉਂਕਿ ਪ੍ਰੈਕਟੀਕਲ ਪਹਿਲਾਂ ਹੈ, ਥਿਊਰੀ ਬਾਅਦ ਵਿੱਚ ਲਿਖੀ ਗਈ ਹੈ, ਤਾਂ ਕਿ ਮਨੁੱਖ ਨੂੰ ਵੀ ਇਹ ਦੂਸਰੇ ਮਨੁੱਖ ਨੂੰ ਵੀ ਪਤਾ ਲੱਗ ਜਾਵੇ ਕਿ ਇਹਦੀ ਖੋਜ ਕਿਵੇਂ ਕੀਤੀ ਜਾ ਸਕਦੀ ਹੈ। ਆਪਣੇ ਖੋਜ ਦੇ ਪੂਰੇ ਫਾਰਮੂਲੇ ਅਗਲੇ ਲਿਖਦੇ ਹਨ। ਇਵੇਂ ਹੀ ਜਦੋਂ ਮਨੁੱਖ ਗੁਰੂ ਸ਼ਬਦ ਨਾਲ ਜੁੜਦਾ ਹੈ, ਸੱਚ ਦੇ ਗਿਆਨ ਨਾਲ ਜੁੜਦਾ ਹੈ, ਜਦੋਂ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ,
ਮਨੁੱਖ ਦੇ ਜੀਵਨ ਵਿੱਚ ਕਿਹੜੇ ਟਿਕਾਵ ਆਉਂਦੇ ਨੇ, ਕਿਹੜੇ ਬਦਲਾਵ ਆਉਂਦੇ ਨੇ, ਕਿਵੇਂ ਉਹਦੀ ਆਤਮਾ ਬੁਲੰਦੀਆਂ 'ਤੇ ਚੜ੍ਹਦੀ ਕਲਾ ਵੱਲ ਜਾਂਦੀ ਹੈ। ਫਿਰ ਉਹ ਜਿਹੜੇ ਬੋਲ ਨੇ, ਉਹ ਜਿਹੜਾ ਐਕਸਪੀਰੀਅੰਸ ਆ, ਉਹ 15 ਭਗਤਾਂ ਦਾ ਐਕਸਪੀਰੀਅੰਸ, 6 ਗੁਰੂ ਸਾਹਿਬਾਨ ਦਾ ਐਕਸਪੀਰੀਅੰਸ, ਭੱਟਾਂ ਦਾ ਐਕਸਪੀਰੀਅੰਸ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਨਜ਼ਰ ਆਵੇਗਾ। ਸੋ ਜਦੋਂ ਸਾਧੂ ਸੰਗਤ ਦੀ ਗੱਲ ਗੁਰੂ ਜੀ ਕਰਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਦੀ ਗੱਲ ਕਰਦੇ ਨੇ, ਗੁਰਬਾਣੀ ਦੀ ਸੰਗਤ ਦੀ ਗੱਲ ਕਰਦੇ ਨੇ, ਕਹਿੰਦੇ ਜਦੋਂ ਤੂੰ ਗੁਰੂ ਦੀ ਸੰਗਤ ਕਰੇਂਗਾ ਫਿਰ ਕੀ ਹੋਵੇਗਾ? ਮਨ ਵਸੈ, ਤੇਰੇ ਮਨ ਦੇ ਵਿੱਚ ਗੁਰੂ ਦੇ ਸ਼ਬਦ, ਗੁਰੂ ਗਿਆਨ ਦੇ ਸ਼ਬਦ, ਸੱਚ ਦੇ ਗਿਆਨ ਦੇ ਸ਼ਬਦ ਵਸਣ ਲੱਗ ਪੈਣਗੇ। ਪੂਰਨ ਹੋਵੇ ਕਾਲ, ਅਤੇ ਤੇਰੀ ਮਿਹਨਤ, ਤੇਰੇ ਜੀਵਨ ਦਾ ਪ੍ਰਯੋਜਨ, ਤੇਰੇ ਜੀਵਨ ਦੀ ਮੰਜ਼ਿਲ ਵੱਲ ਨੂੰ ਵਧਦੇ ਹੋਏ ਕਦਮ, ਇਹ ਘਾਲਣਾ ਤੇਰੀ ਸਫਲ ਹੋ ਜਾਵੇਗੀ। ਪਰ ਸਾਹਿਬ ਜੀ ਕਹਿੰਦੇ ਇਹ ਘਾਲਣਾ ਸਫਲ ਕਿਵੇਂ ਹੋਵੇਗੀ? ਹੁਣ ਇਹ ਸਾਰੇ ਸ਼ਬਦ ਦੇ ਆਲੇ ਦੁਆਲੇ ਬਾਕੀ ਬੰਦ ਗੁਰੂ ਜੀ ਰੱਖ ਰਹੇ ਨੇ। ਗੁਰੂ ਜੀ ਕਿਰਪਾ ਕਰ ਰਹੇ ਨੇ, ਗੁਰ ਪਰਮੇਸ਼ਰ ਪੂਜੀਐ। ਹੁਣ ਗੁਰ ਰਾਰੇ ਦੇ ਥੱਲੇ ਦਲੈਂਕੜੇ ਨਹੀਂ ਹਨ, ਗੁਰ ਰਾਰੇ ਦੇ ਥੱਲੇ ਔਂਕੜ ਹੈ। ਭਾਵ ਇਹਦਾ ਅਰਥ ਆ ਗਿਆਨ। ਕਹਿੰਦੇ ਪਰਮੇਸ਼ਵਰ ਦੇ ਗਿਆਨ ਦੀ ਪੂਜਾ ਕਰ, ਨਾ ਕਿ ਰੱਬ ਨੂੰ ਪੱਥਰਾਂ ਦੇ ਵਿੱਚ ਪੂਜ। ਦੁਨੀਆ ਕੀ ਕਰ ਰਹੀ ਸੀ? ਕਿਸੇ ਨੇ ਰੱਬ ਨੂੰ ਪੱਥਰ ਬਣਾ ਲਿਆ, ਕਿਸੇ ਨੇ ਰੱਬ ਨੂੰ ਜਾਨਵਰ ਬਣਾ ਲਿਆ, ਕਿਸੇ ਨੇ ਜਾਨਵਰਾਂ ਵਿੱਚ ਰੱਬ ਰੱਖ ਲਿਆ, ਕੋਈ ਜਾਨਵਰ ਦੀ ਪੂਜਾ ਕਰਨ ਲੱਗ ਪਿਆ। ਸਾਹਿਬ ਜੀ ਕਹਿੰਦੇ ਜੇ ਪੂਜਾ ਕਰਨੀ ਹੈ ਨਾ, ਪੂਜਾ ਦਾ ਮਤਲਬ ਹੁੰਦਾ ਵਰਸ਼ਿਪ। ਕਈ ਵਾਰੀ ਆਪਾਂ ਸ਼ਬਦ ਵਰਤਦੇ ਹਾਂ, ਵਰਕ ਇਜ਼ ਵਰਸ਼ਿਪ, ਕੰਮ ਹੀ ਪੂਜਾ ਹੈ, ਜਿਸ ਕੰਮ ਨੂੰ ਇਮਾਨਦਾਰੀ ਨਾਲ ਕੀਤਾ ਜਾਵੇ। ਸਾਹਿਬ ਕਹਿੰਦੇ ਜੇ ਤੂੰ ਇਮਾਨਦਾਰੀ ਕੋਈ ਪਰਮਾਤਮਾ ਦੇ ਪ੍ਰਥਾਏ ਵਰਤਣਾ ਚਾਹੁੰਦਾ, ਜੇ ਪੁਜਾਰੀ ਬਣਨਾ ਚਾਹੁੰਦਾ ਨਾ, ਜੇ ਪੂਜਾ ਕਰਨੀ ਚਾਹੁੰਦਾ ਪਰਮਾਤਮਾ ਦੀ, ਤੇ ਉਹ ਕੀ ਹੈ? ਗੁਰ ਪਰਮੇਸ਼ਵਰ ਪੂਜੀ ਹੈ। ਪਰਮਾਤਮਾ ਦੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਵਸਾ, ਅਤੇ ਆਪਣੇ ਮਨ ਤਨ ਲਾਏ ਪਿਆਰ, ਅਤੇ ਆਪਣੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ। ਮਨ ਨੰਨੇ ਨੂੰ ਸਿਹਾਰੀ ਹੈ, ਤਨ ਇੱਥੇ ਵੀ ਨੰਨੇ ਨੂੰ ਸਿਹਾਰੀ ਹੈ। ਭਾਵ ਇਹਦੇ ਅਰਥ ਨੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਇੱਕ ਸਾਰ ਲਾਏ ਪਿਆਰ, ਆਪਣੇ ਮਨ ਵਿੱਚ ਟਿਕਾ। ਜਦ ਤੱਕ ਤੁਸੀਂ ਮਨੋਂ ਤਨੋਂ ਕੁਝ ਨਹੀਂ ਨਾ ਕਰਦੇ, ਉਹਦੀ ਪ੍ਰਾਪਤੀ ਨਹੀਂ ਜੀ ਹੁੰਦੀ। ਮਨੁੱਖ ਜਦੋਂ ਮਨ ਅਤੇ ਤਨ ਦੇ ਅੰਦਰ ਜਾ ਕੇ ਕਰਦਾ ਹੈ, ਉਸੇ ਚੀਜ਼ ਨੂੰ ਇਹਦੇ ਸਰੀਰ ਹੰਡਾਉਂਦਾ ਹੈ। ਤੋ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਦਾਤਾ ਜੀ ਕਾ। ਹੁਣ ਅਗਲੀ ਗੱਲ ਵੇਖੋ, ਸਤਿਗੁਰ, ਫਿਰ ਰਾਰੇ ਥਲੇ ਦਲੈਂਕੜੇ ਨੇ, ਕਿਹੜਾ ਗਿਆਨ? ਉਹ ਸਤ, ਸੱਚਾ, ਜੋ ਤੇਰੇ ਅੰਦਰ ਆਤਮਾ ਨੂੰ ਚੜ੍ਹਦੀ ਕਲਾ ਵਿੱਚ ਆਤਮਿਕ ਤੌਰ 'ਤੇ ਮਜ਼ਬੂਤ ਬਣਾਵੇ, ਉਹ ਗਿਆਨ। ਸਤਿਗੁਰ, ਉਹ ਸੱਚ ਦਾ ਗਿਆਨ ਜੋ ਤੇਰੇ ਅਗਿਆਨਤਾ ਦੇ ਅੰਧੇਰੇ ਵਿੱਚੋਂ ਤੈਨੂੰ ਬਾਹਰ ਕੱਢ ਦੇਵੇ। ਦਾਤਾ ਜੀ ਕਾ, ਉਹ ਸੱਚ ਦਾ ਗਿਆਨ ਤੇਰੇ ਜੀਵਨ ਦਾ ਦਾਤਾ ਬਣ ਸਕਦਾ ਹੈ। ਮੈਂ ਇੱਕ ਬੇਨਤੀ ਕਰਾਂ, ਅੱਜ ਅਸੀਂ ਸਾਰੇ ਜਾਣੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਿਦਿਆਧਾਰੀ ਹੋਣ। ਕੋਈ ਕਹਿੰਦਾ ਮੇਰਾ ਬੱਚਾ ਡਾਕਟਰ ਬਣੇ, ਕੋਈ ਕਹਿੰਦਾ ਇੰਜੀਨੀਅਰ ਬਣੇ। ਇਹ ਸਭ ਕੁਝ ਤਾਂ ਹੋਵੇਗਾ ਕਿਉਂਕਿ ਸਾਨੂੰ ਪਤਾ ਹੈ ਕਿ ਗਿਆਨ ਹੀ ਕਮਾਈ ਦਾ ਦਾਤਾ ਹੈ। ਡਾਕਟਰ ਦਾ ਕੱਪੜਾ ਪਾ ਲੈਣਾ, ਕੋਟ ਡਾਕਟਰ ਦਾ ਪਾ ਕੇ ਗਲ ਦੇ ਵਿੱਚ ਡਾਕਟਰ ਵਰਗੇ ਜਿਹੜੇ ਇਕਵਿਪਮੈਂਟਸ ਨੇ ਉਹ ਰੱਖ ਲੈਣੇ, ਆਪਣੇ ਹੱਥ ਵਿੱਚ ਥਰਮਾਮੀਟਰ ਫੜ ਲੈਣਾ, ਅਤੇ ਬੰਦਾ ਆਖੇ ਮੈਂ ਡਾਕਟਰ ਬਣ ਗਿਆ। ਨਹੀਂ, ਡਾਕਟਰ ਬਣਨ ਵਾਸਤੇ ਸਾਧਨਾ ਪਵੇਗਾ, ਵਿਦਿਆ ਪੜ੍ਹਨੀ ਪਵੇਗੀ। ਅਤੇ ਜਦੋਂ ਇਹਦਾ ਮਤਲਬ ਮਨੁੱਖ ਦਾਤਾ ਨਹੀਂ, ਉਹਦਾ ਗਿਆਨ ਦਾਤਾ ਬਣਿਆ ਹੈ। ਉਹ ਜੇ ਅੱਜ ਡਾਕਟਰ ਕੋਈ ਲੱਖਾਂ ਅਰਬਾਂ ਡਾਲਰਾਂ 'ਚ ਖੇਡਦਾ ਹੈ, ਉਹ ਜਿਹੜਾ ਗਿਆਨ ਆ ਨਾ, ਉਸ ਗਿਆਨ ਰੂਪੀ ਦਾਤੇ ਦੇ ਰਾਹੀਂ ਉਸਨੇ ਇਹ ਸਭ ਕੁਝ ਪ੍ਰਾਪਤ ਕੀਤਾ ਹੈ। ਸਤਿਗੁਰੂ ਦਾਤਾ ਜੀ ਕਾ। ਸਾਹਿਬ ਕਹਿੰਦੇ ਸੱਚ ਦਾ ਗਿਆਨ ਤੇਰੇ ਜੀਵਨ ਦਾ ਦਾਤਾ, ਤੇਰੇ ਜੀਵਨ ਦਾ ਆਧਾਰ ਹੈ। ਸਬਸੈ ਦੇ ਆਧਾਰ, ਜੋ ਤੇਰੀ ਬੇਸ ਨੂੰ ਤਿਆਰ ਕਰਦਾ ਹੈ, ਜੋ ਤੇਰੀ ਨੀਂਹ ਰੱਖਦਾ ਹੈ, ਜੋ ਤੇਰੇ ਅੰਦਰ ਸੱਚ ਨੂੰ ਟਿਕਾਉਂਦਾ ਹੈ, ਤੇਰੇ ਜੀਵਨ ਦਾ ਆਧਾਰ ਬਣਦਾ ਹੈ। ਫਿਰ ਕੀ ਕਰਨਾ ਹੈ? ਸਤਿਗੁਰ ਬਚਨ ਕਮਾਵਣੇ। ਹੁਣ ਮਨੁੱਖ ਕਿਤਾਬ 'ਤੇ ਪੜ੍ਹੇ, ਹੁਣ ਬੁੱਕਾਂ 'ਤੇ ਡਾਕਟਰ ਦੀਆਂ ਪੜ੍ਹੇ, ਇੰਜੀਨੀਅਰ ਦਾ ਪੜ੍ਹੇ, ਪਰ ਉਹਨਾਂ ਨੂੰ ਜੀਵਨ ਵਿੱਚ ਕਮਾਵੇ ਕੋਈ ਨਾ, ਅਤੇ ਕਿਵੇਂ ਇਹਦੇ ਜੀਵਨ ਦੇ ਵਿੱਚ ਉਹ ਟਿਕੇਗੀ? ਸਤਿਗੁਰ ਬਚਨ ਕਮਾਵਣੇ। ਸੱਚ ਦਾ ਜੋ ਗਿਆਨ ਆ ਨਾ, ਉਹ ਸੱਚ ਜੋ ਤੇਰੇ ਜੀਵਨ ਵਿੱਚੋਂ ਅਗਿਆਨਤਾ ਮਿਟਾਉਂਦਾ ਹੈ, ਉਹਨਾਂ ਬਚਨਾਂ ਦੀ ਕਮਾਈ ਕਰ। ਜੇ ਸਾਹਿਬ ਕਹਿੰਦੇ ਨਾ ਚੋਰੀ ਨਹੀਂ ਕਰਨੀ, ਤਾਂ ਚੋਰੀ ਨਹੀਂ ਕਰਨੀ। ਜੇ ਕਹਿੰਦੇ ਆ ਨਾ ਕਿਸੇ ਨੂੰ ਧੋਖਾ ਨਹੀਂ ਦੇਣਾ, ਤੇ ਨਹੀਂ ਦੇਣਾ। ਜੇ ਗੁਰੂ ਜੀ ਕਹਿੰਦੇ ਆ ਨਾ ਕਿਸੇ ਨਾਲ ਦਗਾ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ, ਇਹ ਕਰਮ ਸਾਡੇ ਅੰਦਰੋਂ ਅਸੀਂ ਕੱਢਣੇ ਆ। ਪਰ ਇਹ ਨਹੀਂ ਕਿ ਗੁਰਦੁਆਰੇ ਜਾ ਕੇ ਮੱਥਾ ਵੀ ਟੇਕ ਲਿਆ, ਗੁਰਦੁਆਰੇ ਜਾ ਕੇ ਡੰਡੌਤ ਵੀ ਕਰ ਲਈ, ਪਰ ਕਮਾਇਆ ਤਾਂ ਇੱਕ ਵੀ ਬਚਨ ਨਹੀਂ।
ਅੱਜ ਇਹੀ ਗੱਲ ਆ, ਜਿਹੜੇ ਚਿਹਰੇ ਵੇਖਣ ਨੂੰ ਬੜੇ ਗੁਰਮੁਖ ਲੱਗ ਰਹੇ ਆ ਨਾ, ਉਹ ਅੰਦਰੋਂ ਗੁਰਮੁਖ ਨਹੀਂ ਹੈਗੇ ਜੀ। ਜਿਨ੍ਹਾਂ ਨੇ ਬਾਹਰੋਂ ਆਪਣਾ ਸਰੂਪ ਬੜਾ ਪਵਿੱਤਰ ਬਣਾਇਆ, ਵੇਖਣ ਨੂੰ ਇੰਝ ਲੱਗਦਾ ਕਿ ਇਹਨਾਂ ਵਰਗਾ ਤਾਂ ਕੋਈ ਪ੍ਰਮਾਤਮਾ ਰੂਪ ਹੋ ਹੀ ਨਹੀਂ ਸਕਦਾ, ਪਰ ਜਦੋਂ ਤੁਸੀਂ ਉਹਨਾਂ ਦੇ ਨਾਲ ਵਿਚਰਦੇ ਹੋ, ਉਹਨਾਂ ਦੀ ਬੇਈਮਾਨੀ, ਉਹਨਾਂ ਦਾ ਦਗਾ, ਉਹਨਾਂ ਦਾ ਧੋਖਾ ਉਸ ਲਿਬਾਸ ਦੇ ਅਧੀਨ ਲੁਕਿਆ ਹੋਇਆ ਹੈ। ਸਾਡੀ ਇਹੀ ਭਾਵਨਾ, ਤੁਸੀਂ ਕਈ ਵਾਰੀ ਵੇਖਣਾ ਆਰਟੀਕਲ ਛਪੇ ਹੁੰਦੇ ਨੇ, ਆਹ ਬੀਬੀ ਜੀ ਹੁਣੀ 48 ਘੰਟੇ ਪਾਠ ਇੱਕ ਚੌਂਕੜੇ 'ਚ ਕਰਦੇ। ਬੜੀ ਮੁਬਾਰਕ ਗੱਲ ਆ, ਹਰ ਸਾਰੇ ਕਰਨਾ ਚਾਹੀਦਾ ਜਿਹੜਾ ਕਰ ਸਕਦਾ, ਪਰ ਕਮਾਲ ਦੀ ਗੱਲ ਤਾਂ ਇਹ ਵੇਖਣ ਵਾਲੀ ਹੈ ਕਿ ਕੀ 48 ਘੰਟੇ ਜਾਂ 24 ਘੰਟੇ ਜਾਂ ਹਜ਼ਾਰਾਂ ਕੀਤੇ ਹੋਏ ਪਾਠ ਮੇਰੇ ਜੀਵਨ ਵਿੱਚੋਂ ਨਜ਼ਰ ਵੀ ਆਉਂਦੇ ਨੇ। ਜੇ ਮੈਂ ਕਿਤਾਬਾਂ 'ਤੇ ਪੜ੍ਹ ਰਿਹਾ, ਐਵੇਂ ਬੁੱਕ ਚੁੱਕ ਕੇ ਪੜ੍ਹੀ ਜਾਂਦਾ ਅਤੇ ਆਖਾਂ ਤੇ ਮੇਰਾ ਡਾਕਟਰ ਬਣ ਗਿਆ, ਨਹੀਂ, ਇਵੇਂ ਨਹੀਂ। ਇਹਦੇ ਵਾਸਤੇ ਪੇਪਰ ਵੀ ਦੇਣੇ ਪੈਂਦੇ ਹਨ। ਇਵੇਂ ਹੀ ਸਤਿਗੁਰੂ ਬਚਨ ਕਮਾਵਣੇ, ਸੱਚਾ ਇਹੋ ਵਿਚਾਰ। ਸਭ ਕਹਿੰਦੇ ਇਹੀ ਇੱਕੋ ਵਿਚਾਰ ਦੁਨੀਆ ਦੇ ਵਿੱਚ ਸੱਚਾਈ ਲੈ ਕੇ ਪ੍ਰਗਟਾ ਹੈ ਕਿ ਸੱਚ ਦਾ ਗਿਆਨ ਰੂਪੀ ਬਚਨਾਂ ਨੂੰ ਤੂੰ ਆਪਣੇ ਜੀਵਨ ਵਿੱਚ ਕਮਾਉਣਾ ਹੈ। ਜੋ ਸੱਚ ਬੋਲ ਰਿਹਾ ਜਾਂ ਸੱਚ ਸੁਣ ਰਿਹਾ ਹੈ, ਉਹਦੇ ਉੱਪਰ ਪਹਿਰਾ ਵੀ ਦੇਣਾ ਹੈ, ਉਹਨੂੰ ਕਮਾਉਣਾ ਵੀ ਹੈ। ਬਿਨ ਸਾਧੂ ਸੰਗਤ ਰਤਿਆਂ, ਮਾਇਆ ਮੋਹ ਸਭ ਸਾਰ। ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖੀ, ਜੇ ਤੂੰ ਆਪਣੇ ਜੀਵਨ ਵਿੱਚ ਬਚਨਾਂ ਦੀ ਕਮਾਈ ਨਹੀਂ ਕਰਦਾ, ਸੱਚ ਦੇ ਬਚਨ, ਸੱਚ ਦੇ ਸਾਧੂ ਸੰਗਤ ਮਤਲਬ ਸੱਚ ਦੇ ਰਾਹ 'ਤੇ ਚੱਲਣ ਵਾਲਿਆਂ ਭਗਤਾਂ ਦੇ ਬਚਨ, ਜੇ ਉਹਨਾਂ ਦੇ ਰੰਗ ਦੇ ਵਿੱਚ ਤੂੰ ਆਪਣੇ ਆਪ ਨੂੰ ਨਹੀਂ ਰੰਗਦਾ, ਜੇ ਉਸ ਥਿਊਰੀ ਨੂੰ ਪ੍ਰੈਕਟੀਕਲ ਵਿੱਚ ਨਹੀਂ ਲੈ ਕੇ ਆਉਂਦਾ, ਮਾਇਆ ਮੋਹ ਸਭ ਸਾਰ, ਅਤੇ ਆਹ ਜਿਹੜਾ ਮਾਇਆ ਦੇ ਮੋਹ ਵਿੱਚ ਤੂੰ ਡੁੱਬਿਆ ਹੋਇਆ ਨਾ, ਇਹ ਤੂੰ ਆਪਣਾ ਸਭ ਕੁਝ ਇਹਦੇ ਵਿੱਚ ਸਵਾਹ ਕਰ ਲਿਆ ਹੈ। ਮੇਰੇ ਸਾਜਨ, ਹੇ ਮੇਰੇ ਮਿੱਤਰ, ਹਰ ਹਰ ਨਾਮ ਸੰਭਾਲ। ਫਿਰ ਕੀ ਕਰ, ਪ੍ਰਮਾਤਮਾ ਦੇ ਹੁਕਮ, ਪ੍ਰਮਾਤਮਾ ਦੇ ਸਿਧਾਂਤ, ਪ੍ਰਮਾਤਮਾ ਦੇ ਗਿਆਨ ਨੂੰ ਜੀਵਨ ਵਿੱਚ ਟਿਕਾ। ਸਾਧੂ ਸੰਗਤ ਮਨ ਵਸੈ, ਪੂਰਨ ਹੋਵੇ ਕਾਲ। ਕਿਉਂਕਿ ਸੱਚ ਜਾਣੀ, ਸਤਿਗੁਰੂ ਜੀ ਦੀ ਸੰਗਤ, ਗੁਰੂ ਦੀ ਬਾਣੀ ਦੀ ਸੰਗਤ ਕੀਤਿਆਂ ਹੀ ਤੇਰੇ ਮਨ ਦੇ ਵਿੱਚ ਸੱਚ ਵਸ ਸਕਦਾ ਹੈ, ਅਤੇ ਤੇਰੇ ਜੀਵਨ ਦੀ ਘਾਲਣਾ, ਤੇਰੇ ਜੀਵਨ ਦੇ ਸੱਚ ਦੀ ਜਿਹੜੀ ਯਾਤਰਾ ਹੈ ਉਹ ਸਫਲ ਹੋ ਸਕਦੀ ਹੈ। ਰਹਾਓ, ਗੁਰ ਸਮਰੱਥ ਅਪਾਰ, ਗੁਰ ਵਡਭਾਗੀ ਦਰਸ਼ਨ ਹੋਏ। ਹੁਣ ਜੀਵਨ ਦੇ ਵਿੱਚ ਜੇ ਕੋਈ ਸਮਰੱਥ ਹੈ, ਜੋ ਹਰ ਵਕਤ ਤੁਹਾਡੇ ਨਾਲ ਸਹਾਈ ਹੋ ਸਕਦਾ ਹੈ, ਅਤੇ ਉਹ ਗਿਆਨ ਆ। ਜੇ ਗਿਆਨ ਕੋਲ ਨਹੀਂ, ਅਤੇ ਮਨੁੱਖ ਆਖੇ ਕਿ ਮੈਂ ਹੁਣ, ਇੱਕ ਮਨੁੱਖ ਖੱਡੇ ਦੇ ਲਾਗੇ, ਟੋਏ ਲਾਗੇ ਖਲੋਤਾ, ਉਹਨੂੰ ਪਤਾ ਟੋਇਆ ਬੜਾ ਗਹਿਰਾ ਹੈ, ਪਰ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਇਹਨੂੰ ਟੱਪਣਾ ਕਿਵੇਂ ਹੈ। ਗਿਆਨ ਹੀ ਨਹੀਂ ਹੈਗਾ, ਇਹਦਾ ਮਤਲਬ ਉੱਥੇ ਖਲੋਤਾ ਰਹੇਗਾ। ਇੱਕ ਮਨੁੱਖ ਨੂੰ ਪਤਾ ਹੈ ਕਿ ਇਹਨੂੰ ਮੈਂ ਟੱਪਣਾ ਕਿਵੇਂ ਹੈ, ਕੋਈ ਉਹਦੇ ਉੱਪਰ ਕੋਈ ਫੱਟਾ ਲਿਆ ਕੇ ਰੱਖੇਗਾ, ਕੋਈ ਹੋਰ ਚੀਜ਼ ਲਿਆ ਕੇ ਰੱਖੇਗਾ, ਉਹ ਕੀ ਹੈ, ਉਹ ਉਸ ਨੂੰ ਪਾਰ ਲੰਘਾਉਣ ਦਾ ਇੱਕ ਜ਼ਰੀਆ ਲੱਭ ਗਿਆ ਹੈ। ਇਵੇਂ ਹੀ ਸਾਹਿਬ ਕਹਿੰਦੇ ਨੇ, ਗੁਰ ਸਮਰੱਥ, ਗਿਆਨ ਉਹ ਹੈ ਜੋ ਤੇਰੇ ਜੀਵਨ ਦੇ ਵਿੱਚ ਸਮਰੱਥ ਰਵੇ, ਤੇਰੇ ਨਾਲ ਰਵੇ, ਉਹ ਗਿਆਨ ਜੋ ਤੇਰੀ ਪੂੰਜੀ ਬਣ ਜਾਵੇ। ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਜੋ ਤੈਨੂੰ ਪਾਰ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਵੱਲ ਜਿਹੜਾ ਗਿਆਨ ਤੈਨੂੰ ਤੋਰੇ, ਜਿਹੜਾ ਗਿਆਨ ਤੈਨੂੰ ਅੱਗੇ ਲੈ ਕੇ ਜਾਵੇ, ਪਿੱਛੇ ਨਹੀਂ। ਐਸਾ ਗਿਆਨ ਵਡਭਾਗੀ ਦਰਸ਼ਨ ਹੋਏ। ਚੇਤਾ ਰੱਖੀ, ਜਦੋਂ ਤੂੰ ਆਪਣੇ ਜੀਵਨ ਦੇ ਹਿੱਸੇ ਦੇ ਵੱਡੇ ਹਿੱਸੇ ਦੇ ਵਿੱਚ, ਜਦੋਂ ਤੂੰ ਗੁਰੂ ਦੇ ਸੱਚੇ ਗਿਆਨ ਨੂੰ ਲੈ ਕੇ ਆਵੇਂਗਾ, ਫਿਰ ਦਰਸ਼ਨ ਹੋਏ, ਤੇਰੇ ਜੀਵਨ ਦੇ ਵਿਚਾਰ ਬਦਲਣ ਲੱਗ ਪੈਣਗੇ, ਤੇਰੇ ਜੀਵਨ ਦੇ ਸੁਭਾਅ ਬਦਲਣ ਲੱਗ ਪੈਣਗੇ, ਤੇਰੇ ਜੀਵਨ ਦਾ ਕਰਮ ਬਦਲਣ ਲੱਗ ਪਵੇਗਾ, ਜੀਵਨ ਜਿਉਣ ਦਾ ਢੰਗ ਬਦਲਣ ਲੱਗ ਪਵੇਗਾ। ਗੁਰ ਅਗੋਚਰ ਨਿਰਮਲਾ, ਗੁਰ ਜੀਵੜ ਅਵਰ ਨਾ ਕੋਏ। ਪਰ ਜੇ ਕੋਈ ਆਖੇ ਕਿ ਤੂੰ ਉਸ ਗਿਆਨ ਨੂੰ ਆਪਣੇ ਬਾਹਰਲੇ ਇੰਦਰੀਆਂ ਨਾਲ ਛੂਹ ਸਕਦਾ ਹੈ, ਕੋਈ ਮਨੁੱਖ ਕਿਸੇ ਨੂੰ ਗਿਆਨ ਹੱਥ ਵਿੱਚ ਫੜ ਕੇ ਦੂਜੇ ਨੂੰ ਨਹੀਂ ਜੇ ਫੜਾ ਸਕਦਾ। ਗਿਆਨ ਤੇ ਆਪ ਲੈਣਾ ਪੈਂਦਾ ਹੈ। ਸਾਹਿਬ ਕਹਿੰਦੇ ਇਵੇਂ ਸੱਚ ਦਾ ਜਿਹੜਾ ਗੁਰੂ ਦਾ ਗਿਆਨ ਆ, ਜੋ ਗੁਰੂ ਹੈ, ਜੋ ਮੈਨੂੰ ਅਗਿਆਨਤਾ 'ਚੋਂ ਬਾਹਰ ਕੱਢ ਸਕਦਾ ਹੈ, ਉਹ ਅਗੋਚਰ ਹੈ, ਜੋ ਇਹਨਾਂ ਇੰਦਰੀਆਂ ਦੇ ਨਾਲ ਨਹੀਂ ਫੜਿਆ ਜਾ ਸਕਦਾ। ਨਿਰਮਲਾ, ਪਰ ਹੈ ਉਹ ਮੈਲ ਤੋਂ ਰਹਿਤ। ਉਹ ਤੇਰੇ ਜੀਵਨ ਵਿੱਚ ਉਹ ਗਿਆਨ ਜੋ ਤੇਰੇ ਜੀਵਨ ਵਿੱਚ ਨਿਰਮਲਤਾ ਲੈ ਕੇ ਆਵੇ, ਤੇਰੀ ਮੈਲ ਨੂੰ ਉਤਾਰ ਦੇਵੇ। ਅਤੇ ਉਹ ਗਿਆਨ ਕੀ ਹੈ? ਗੁਰ ਜੀਵੜ ਅਵਰ ਨਾ ਕੋਏ। ਉਸ ਗਿਆਨ ਤੋਂ ਵੱਡਾ ਕੋਈ ਹੋਰ ਗਿਆਨ ਨਹੀਂ ਹੋ ਸਕਦਾ। ਉਹ ਗਿਆਨ ਜੋ ਤੇਰੇ ਜੀਵਨ ਵਿੱਚੋਂ ਮੈਲ ਮੁਕਾ ਦੇਵੇ, ਤੇਰੇ ਜੀਵਨ ਦੇ ਵਿੱਚੋਂ ਗੰਦੇ ਵਿਚਾਰ ਮੁਕਾ ਦੇਵੇ, ਉਹ ਗਿਆਨ ਜੋ ਤੇਰੇ ਜੀਵਨ ਵਿੱਚ ਸੱਚ ਦਾ ਪਹਿਰਾ ਲੈ ਆਵੇ, ਉਹ ਗਿਆਨ ਜੋ ਤੈਨੂੰ ਸੱਚ ਦੇ ਰਾਹ 'ਤੇ ਤੋਰ ਦੇਵੇ। ਸਾਹਿਬ ਕਹਿੰਦੇ ਉਸ ਗਿਆਨ ਤੋਂ ਵੱਡਾ ਹੋਰ ਕੋਈ ਗਿਆਨ ਹੋ ਹੀ ਨਹੀਂ ਸਕਦਾ।
ਗੁਰ ਕਰਤਾ, ਉਹੀ ਗਿਆਨ ਤੇਰੇ ਜੀਵਨ ਦਾ ਕਰਤਾ ਬਣ ਸਕਦਾ ਹੈ। ਗੁਰ ਕਰਨਹਾਰ, ਤੇ ਉਹੀ ਗਿਆਨ ਤੇਰੇ ਜੀਵਨ ਵਿੱਚ ਬਦਲਾਵ ਲਿਆ ਸਕਦਾ ਹੈ। ਗੁਰਮੁਖ ਸੱਚੀ ਸੋਏ, ਤੇ ਚੇਤਾ ਰੱਖੀ ਜਦੋਂ ਤੂੰ ਆਪਣੇ ਮੁਖ ਵਿੱਚ, ਆਪਣੇ ਜੀਵਨ ਵਿੱਚ ਉਸ ਸੱਚੇ ਗਿਆਨ ਨੂੰ ਟਿਕਾਵੇਂਗਾ, ਫਿਰ ਤੂੰ ਸੱਚ ਦੇ ਰਾਹ 'ਤੇ ਤੁਰ ਪਵੇਂਗਾ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਇੱਕ ਗੱਲ ਚੇਤੇ ਰੱਖੀ, ਗਿਆਨ ਤੋਂ ਸਖਣਾ ਕੋਈ ਮਨੁੱਖ ਨਹੀਂ। ਗਿਆਨ ਤੋਂ ਬਿਨਾਂ ਮਨੁੱਖ ਦੀ ਯਾਤਰਾ ਤੁਰ ਹੀ ਨਹੀਂ ਸਕਦੀ। ਗੁਰੂ ਜੀ ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ, ਗੁਰੂ ਦੇ ਗਿਆਨ ਤੋਂ ਬਿਨਾਂ ਕੁਝ ਵੀ ਨਹੀਂ ਹੈ ਜੀਵਨ ਵਿੱਚ। ਜੋ ਕੁਝ ਤੇਰੇ ਜੀਵਨ ਵਿੱਚ ਬਣ ਰਿਹਾ ਹੈ ਜਾਂ ਜੋ ਕੁਝ ਤੂੰ ਪ੍ਰਾਪਤ ਕੀਤਾ ਹੈ, ਅੱਜ ਮੈਂ ਕਈ ਵਾਰੀ ਬੇਨਤੀ ਕਰਦਾ, ਆਪਾਂ ਟਰੱਕ ਸਕੂਲ ਹੀ ਸਿੱਖਣਾ ਹੈ। ਕਿਉਂ ਸਿੱਖਦੇ ਹਾਂ? ਟਰੱਕ ਦੀ ਦੁਨੀਆ 'ਚ ਕਿਉਂ ਇੰਨੀ ਭੀੜ ਲੱਗੀ ਪਈ ਹੈ? ਸਕੂਲਾਂ ਦੇ ਸਕੂਲ ਭਰੇ ਪਏ ਨੇ, ਕਿਉਂਕਿ ਇੰਝ ਲੱਗਦਾ ਹੈ ਕਿ ਟਰੱਕ ਦਾ ਬਿਜ਼ਨਸ ਬਹੁਤ ਅਮੀਰ ਹੈ, ਕਿਉਂਕਿ ਹਰ ਤਰੀਕੇ ਦੇ ਰੂਮਰ ਵੀ ਨੇ। ਕੋਈ ਕਹਿੰਦਾ ਜੀ ਮੈਂ ਮਹੀਨੇ ਦਾ $10,000 ਕਮਾਉਣਾ, ਅਤੇ ਮੇਰੇ ਵਰਗਾ ਕਹਿੰਦਾ ਯਾਰ ਮੈਂ ਤਾਂ ਇੰਨੀਆਂ ਡਿਗਰੀਆਂ ਪੜ੍ਹ ਕੇ ਵੀ ਮਹੀਨੇ ਦਾ 3,000 ਕਮਾਉਣਾ, ਕਿਉਂਕਿ $12 ਤੋਂ ਕੰਮ ਚੱਲਦਾ। ਫਿਰ ਮੈਂ ਕੀ ਕੀਤਾ? ਮੈਂ ਆਪਣੀਆਂ ਡਿਗਰੀਆਂ ਦਾ ਜਿਹੜਾ ਗਿਆਨ ਸੀ ਉਹ ਸਾਈਡ 'ਤੇ ਰੱਖ ਕੇ ਹੁਣ ਮੈਂ ਉਹ ਗਿਆਨ ਪ੍ਰਾਪਤ ਕਰ ਰਿਹਾ ਜਿੱਥੋਂ ਜ਼ਿਆਦਾ ਪੈਸਾ ਮਿਲ ਰਿਹਾ। ਫਿਰ ਮੈਂ ਸਕੂਲ ਜਾ ਰਿਹਾ, ਪਹਿਲਾਂ ਮੈਂ ਇੱਕ ਟੈਸਟ ਦਿੰਦਾ ਥਿਊਰੀਕਲੀ ਦਾ, ਫਿਰ ਪ੍ਰੈਕਟੀਕਲ ਸਿੱਖਦਾ। ਇਹ ਸਭ ਕੁਝ ਕਿਉਂ ਸਿੱਖਿਆ ਜਾ ਰਿਹਾ? ਤਾਂ ਕਿ ਮੇਰੇ ਜੀਵਨ ਦੀ ਯਾਤਰਾ, ਮੇਰੇ ਜੀਵਨ ਦੀ ਸ਼ੈਲੀ, ਮੇਰੇ ਜੀਵਨ ਦਾ ਢੰਗ ਵਧੀਆ ਹੋ ਜਾਵੇ, ਮੈਂ ਵੀ ਚੰਗੇ ਪੈਸੇ ਕਮਾਵਾਂ, ਜਿਹਦੇ ਨਾਲ ਮੈਂ ਆਪਣੇ ਬੱਚਿਆਂ ਦਾ ਪਰਵਰਿਸ਼ ਵਧੀਆ ਕਰ ਸਕਾਂ। ਹੁਣ ਉਹਦੇ ਵਾਸਤੇ ਕੀ ਕਰਨਾ ਪਵੇਗਾ? ਕੇਵਲ ਜਾ ਕੇ ਸਕੂਲੇ ਮੱਥਾ ਟੇਕ ਕੇ ਨਹੀਂ ਆ ਕੇ ਸਰਨਾ, ਕੇਵਲ ਟਰੱਕ ਨੂੰ ਮੱਥਾ ਟੇਕ ਕੇ ਨਹੀਂ ਸਰਨਾ, ਉੱਥੇ ਉਸ ਗਿਆਨ ਨੂੰ ਧਾਰਨ ਕਰਨਾ ਪੈਣਾ ਹੈ, ਪੇਪਰ ਦੇਣਾ ਪੈਣਾ ਹੈ, ਫਿਰ ਟੈਸਟ ਹੋਣਾ DMV ਦੇ ਵਿੱਚ, ਫਿਰ ਪਾਸ ਹੋਣਾ ਹੈ, ਫਿਰ ਕਿਤੇ ਜਾ ਕੇ ਲਾਇਸੈਂਸ ਮਿਲਣਾ ਹੈ। ਤੋ ਸਾਹਿਬ ਕਹਿੰਦੇ ਇਵੇਂ ਹੀ ਗੁਰ ਕਰਤਾ, ਉਹ ਗਿਆਨ ਹੀ ਹੈ ਜੋ ਤੇਰੇ ਜੀਵਨ ਵਿੱਚ ਤੇਰੇ ਕਿਰਦਾਰ ਤੇਰੇ ਘੜਦਾ ਹੈ। ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ। ਗਿਆਨ ਤੋਂ ਬਿਨਾਂ ਕੋਈ ਮਨੁੱਖ ਜੀਵਨ ਵਿੱਚ ਤਰੱਕੀ ਹੀ ਨਹੀਂ ਕਰ ਸਕਦਾ। ਗੁਰ ਕੀਤਾ ਲੋੜੇ ਸੋ ਹੋਏ, ਜੋ ਕੁਝ ਤੇਰੇ ਜੀਵਨ ਵਿੱਚ ਤੂੰ ਪ੍ਰਾਪਤ ਕੀਤਾ ਹੈ ਉਹ ਗਿਆਨ ਤੋਂ ਕੀਤਾ ਹੈ। ਗਿਆਨ ਨੇ ਤੇਰੇ ਜੀਵਨ ਵਿੱਚ ਜਗ੍ਹਾ ਲਿਆਂਦੀ ਹੈ, ਗਿਆਨ ਤੇਰੇ ਜੀਵਨ ਵਿੱਚ ਟਿਕਿਆ ਹੈ, ਅਤੇ ਤੂੰ ਇਹ ਸਭ ਕੁਝ ਪ੍ਰਾਪਤ ਕਰ ਸਕਿਆ ਹੈ। ਤੇ ਸਾਹਿਬ ਜੀ ਅਗਲੀ ਗੱਲ ਕਰਦੇ ਨੇ, ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਹੁਣ ਤੀਰਥਾਂ ਦੇ ਕੰਢਿਆਂ ਦੇ ਉੱਤੇ ਕੌਣ ਜਾਵੇਗਾ? ਅਗਿਆਨੀ ਜਾਵੇਗਾ ਨਾ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਘਰ ਵਿੱਚ ਸਭ ਕੁਝ ਹੋਵੇ ਅਤੇ ਮੈਂ ਬਾਹਰ ਲੱਭਦਾ ਫਿਰਾਂ, ਇਹਦਾ ਮਤਲਬ ਇਹ ਕਿ ਮੈਂ ਅਗਿਆਨੀ ਹਾਂ। ਸਾਹਿਬ ਕਹਿੰਦੇ ਗਿਆਨ ਹੀ ਸਭ ਤੋਂ ਵੱਡਾ ਤੀਰਥ ਹੈ। ਤੀਰਥ ਦਾ ਮਤਲਬ ਕੀ ਹੈ? ਪੁਰਾਤਨ ਸਮੇਂ ਤੀਰਥ ਨੂੰ ਕਿਹਾ ਜਾਂਦਾ ਸੀ ਵੀ ਇੱਥੇ ਜਾ ਕੇ ਮਨੁੱਖ ਦੇ ਪਾਪ ਧੁੱਪਦੇ ਨੇ, ਅਤੇ ਤੀਰਥ ਕੀ ਹੈ? ਮਨੁੱਖ ਦਾ ਪਾਪ ਧੋਣ ਦਾ ਕੇਂਦਰ। ਅਤੇ ਸਾਹਿਬ ਕਹਿੰਦੇ ਤੀਰਥ ਜਿਹੜਾ ਮੇਰੇ ਵਾਸਤੇ ਕਿਹੜਾ ਹੈ? ਮੇਰੇ ਸਤਿਗੁਰ ਦੀ ਸਮਝ, ਮੇਰੇ ਗੁਰੂ ਦੀ ਦਿੱਤੀ ਹੋਈ ਗੁਰਬਾਣੀ ਦੇ ਵਿੱਚੋਂ ਮੱਤ, ਜੋ ਮੇਰੇ ਸੁਰਤ ਨੂੰ ਘੜਦੀ ਹੈ, ਮੇਰੀ ਬੁੱਧ ਨੂੰ ਘੜਦੀ ਹੈ, ਮੈਨੂੰ ਫੈਸਲਾ ਲੈਣਾ ਸਿਖਾਉਂਦੀ ਹੈ ਕਿ ਮੈਂ ਕਿਹੜੇ ਆਪਣੇ ਵਿਚਾਰ ਆਪਣੇ ਜੀਵਨ ਵਿੱਚ ਰੱਖਣੇ ਨੇ ਅਤੇ ਕਿਹੜਿਆਂ ਨੂੰ ਬਾਹਰ ਕੱਢਣਾ ਹੈ। ਤਾਂ ਸਾਹਿਬ ਕਹਿੰਦੇ ਮੇਰੇ ਵਾਸਤੇ ਜਿਹੜਾ ਤੀਰਥ ਆ, ਮੇਰੇ ਗੁਰ ਦਾ ਗਿਆਨ ਆ। ਗੁਰ ਤੀਰਥ ਗੁਰ ਪਾਰ ਜਾਤ, ਪਾਰ ਜਾਤ ਮਤਲਬ ਉਹ ਪੱਥਰ ਜਿਹੜਾ ਕਿਸੇ ਨਾਲ ਛੂਹ ਦੋ ਅਤੇ ਉਹ ਸੋਨਾ ਬਣ ਜਾਂਦਾ ਹੈ। ਅਤੇ ਸਾਹਿਬ ਕਹਿੰਦੇ ਨੇ ਮੇਰੇ ਵਾਸਤੇ ਜਿਹੜਾ ਪਾਰ ਜਾਤ ਆ ਨਾ, ਪਾਰ ਜਾਤ ਮਤਲਬ ਉਹ ਰੁੱਖ ਜਿਹਦੇ ਕੋਲ ਸਭ ਕੁਝ ਮਿਲਦਾ ਹੈ। ਸਾਹਿਬ ਕਹਿੰਦੇ ਮੇਰੇ ਵਾਸਤੇ ਮੇਰਾ ਪਾਰ ਜਾਤ ਮੇਰੇ ਸਤਿਗੁਰ ਦਾ ਗਿਆਨ ਆ, ਜੋ ਮੇਰੀਆਂ ਹਰ ਇੱਕ ਲੋੜਾਂ ਪੂਰੀਆਂ ਕਰਦਾ ਹੈ। ਗੁਰ ਮਨਸਾ ਪੂਰਨ ਹਾਰ, ਹੁਣ ਮੇਰੀਆਂ ਮਨ ਦੀਆਂ ਕਾਮਨਾਵਾਂ ਮੁਕੰਮਲ ਹੋ ਰਹੀਆਂ ਨੇ, ਕਿਉਂਕਿ ਮੇਰੇ ਮਨ ਦੀ ਇੱਛਾ ਗਿਆਨ 'ਤੇ ਖਲੋਤੀ ਹੈ। ਹੁਣ ਇਸ ਗਿਆਨ ਦੇ ਰਾਹੀਂ ਮੈਂ ਸਭ ਕੁਝ ਪ੍ਰਾਪਤ ਕਰ ਲਿਆ ਹੈ। ਗੁਰ ਦਾਤਾ ਹਰ ਨਾਮ ਦੇ, ਉਧਰੈ ਸਭ ਸੰਸਾਰ। ਸਭ ਕਹਿੰਦੇ ਇਹੀ ਗਿਆਨ ਜਿਨ੍ਹਾਂ ਦਾ ਦਾਤਾ ਬਣ ਜਾਂਦਾ ਹੈ, ਜੋ ਆਪਣੇ ਜੀਵਨ ਦਾ ਆਧਾਰ ਗਿਆਨ ਨੂੰ ਬਣਾ ਲੈਂਦੇ ਨੇ, ਗੁਰੂ ਦੀ ਮੱਤ ਨੂੰ ਬਣਾ ਲੈਂਦੇ ਨੇ, ਹਰ ਨਾਮ ਦੇ। ਫਿਰ ਉੱਥੋਂ ਫਿਰ ਕੀ ਮਿਲਦਾ ਹੈ? ਪਰਮਾਤਮਾ ਦੀ ਸਮਝ, ਅਤੇ ਉਹਦੇ ਨਾਲ ਕੀ ਮਿਲਦਾ ਹੈ? ਉਧਰੈ ਸਭ ਸੰਸਾਰ, ਅਤੇ ਐਸਾ ਮਨੁੱਖ ਸਾਰੇ ਸੰਸਾਰ ਦੇ ਉਧਾਰ ਦੇ ਵਿੱਚ ਯੋਗਦਾਨ ਪਾਉਂਦਾ ਹੈ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਸਭ ਕਹਿੰਦੇ ਫਿਰ ਗੁਰੂ ਦਾ ਗਿਆਨ ਸਮਰੱਥ ਹੈ।
ਸੱਚ ਦਾ ਗਿਆਨ ਤੇਰੇ ਜੀਵਨ ਵਿੱਚ ਸਮਰੱਥ ਹੈ, ਉਹ ਪੂਰਨ ਹੈ, ਜੋ ਤੇਰੇ ਜੀਵਨ ਦੀ ਘਾਟ ਘਟਦਾ ਹੈ। ਗੁਰ ਨਿਰੰਕਾਰ, ਪਰ ਇਸ ਗਿਆਨ ਦਾ ਕੋਈ ਆਕਾਰ ਨਹੀਂ। ਕੋਈ ਇਸ ਗਿਆਨ ਨੂੰ ਆ ਕੇ ਤੁਸੀਂ ਆਕਾਰ ਦੇ ਵਿੱਚ ਲੈ ਆਓ। ਸਭ ਕਹਿੰਦੇ ਇਸ ਗਿਆਨ ਦਾ ਕੋਈ ਵੀ ਆਕਾਰ ਨਹੀਂ, ਪਰ ਇਹ ਗਿਆਨ ਸੱਚ ਦਾ ਗਿਆਨ ਕੀ ਹੈ? ਪ੍ਰਮਾਤਮਾ ਦਾ ਗਿਆਨ ਜਦੋਂ ਹੋ ਜਾਂਦਾ ਹੈ, ਗੁਰ ਉੱਚਾ ਅਗਮ ਅਪਾਰ, ਇਹ ਸਭ ਤੋਂ ਉੱਚਾ ਹੈ। ਇਹ ਗਿਆਨ ਸਭ ਤੋਂ ਸਿਖਰ 'ਤੇ ਹੈ। ਜਿਹਦੇ ਕੋਲ ਇਹ ਸੱਚ ਦਾ ਗਿਆਨ ਹੋ ਜਾਂਦਾ ਹੈ, ਜੋ ਸੱਚ ਦੇ ਰਾਹ 'ਤੇ ਤੁਰ ਪੈਂਦਾ ਹੈ, ਜੋ ਬਰੀਕੀਆਂ ਨੂੰ ਸਮਝਣ ਲੱਗ ਪੈਂਦਾ ਹੈ, ਉਹ ਅਗਮ ਅਪਾਰ, ਉਹ ਮਨੁੱਖ ਇਸ ਸੰਸਾਰ ਦੇ ਵਿੱਚ ਮੁਕੰਮਲ ਹੋ ਜਾਂਦਾ ਹੈ। ਗੁਰ ਕੀ ਮਹਿਮਾ ਅਗਮ ਹੈ। ਸਭ ਕਹਿੰਦੇ ਸੱਚ ਜਾਣਿਓ, ਇਹ ਗਿਆਨ ਹੀ ਸਭ ਕੁਝ ਹੈ। ਇਸ ਗਿਆਨ ਦੀ ਮਹਿਮਾ ਬੜੀ ਡੂੰਘੀ ਹੈ। ਕਿਆ ਕਥੈ ਕਥਨਹਾਰ, ਕਹਿੰਦੇ ਕਿਸੇ ਕੋਲ ਕੀ ਸਮਰੱਥ ਕੀ ਕੋਈ ਇਸ ਗਿਆਨ ਪ੍ਰਾਪਤ ਵਾਲੇ ਰਸਤੇ 'ਤੇ ਜਦੋਂ ਤੁਰਦਾ ਹੈ ਤੇ ਉਹ ਇਹਦੀ ਵਿਆਖਿਆ ਕਰ ਸਕੇ। ਗਿਆਨ ਜਿਵੇਂ ਜਿਵੇਂ ਜੀਵਨ ਵਿੱਚ ਆਉਂਦਾ ਹੈ, ਕਿਵੇਂ ਕਿਵੇਂ ਬਦਲਾਵ ਆਉਂਦੇ ਨੇ, ਇਹ ਤੇ ਪ੍ਰਾਪਤ ਕਰਕੇ ਹੀ ਹੋ ਸਕਦਾ ਹੈ। ਜਿਤੜੇ ਫਲ ਮਨ ਬਾਂਛੀ ਹੈ। ਸਭ ਕਹਿੰਦੇ ਜਿੰਨੇ ਵੀ ਜੀਵਨ ਦੇ ਸੱਚ ਦੇ ਫਲ ਨੇ, ਜੋ ਮਨ ਦੀ ਇੱਛਾ ਦੇ ਵਿੱਚ ਉਤਪੰਨ ਹੁੰਦੇ ਨੇ, ਸਭ ਕਹਿੰਦੇ ਸਭ ਕੁਝ ਮਿਲ ਸਕਦੇ ਹਨ। ਤਿੱਤੜੈ ਸਤਿਗੁਰੂ ਪਾਸ, ਕਿਉਂਕਿ ਇਹ ਸਭ ਕੁਝ ਸੱਚ ਦੇ ਗਿਆਨ ਦੇਣ ਵਾਲੇ ਗੁਰੂ ਸ਼ਬਦ, ਗੁਰੂ ਦੀ ਬਾਣੀ ਦੇ ਵਿੱਚ ਸਮੋਏ ਹੋਏ ਹਨ। ਪੂਰਬ ਲਿਖੈ ਪਾਵਣੈ, ਸਭ ਕਹਿੰਦੇ ਜੋ ਕੁਝ ਤੂੰ ਅੱਜ ਲਿਖ ਰਿਹਾ ਹੈ, ਉਹੀ ਕੁਝ ਪਾਵੇਂਗਾ। ਸਾਚ ਨਾਮ ਦੇ ਰਾਸ, ਫਿਰ ਜੇ ਪਤਾ ਲੱਗ ਗਿਆ ਹੈ, ਫਿਰ ਆਪਣੇ ਜੀਵਨ ਦੀ ਰਾਸ ਪੂੰਜੀ ਸੱਚ ਦੇ ਗਿਆਨ ਨੂੰ ਬਣਾ। ਪਰਮਾਤਮਾ ਦੀ ਸੱਚਾਈ ਨੂੰ ਆਪਣੇ ਜੀਵਨ ਵਿੱਚ ਟਿਕਾ। ਸਤਿਗੁਰੂ ਸ਼ਰਣੀ ਆਇਆ, ਸੱਚੇ ਗੁਰੂ ਦੇ ਸ਼ਰਨ ਵਿੱਚ ਆਇਆ। ਗੁਰੂ ਸ਼ਬਦ ਸੱਚ ਦੇ ਗਿਆਨ ਨੂੰ ਜੀਵਨ ਵਿੱਚ ਟਿਕਾਇਆ। ਬਹੁੜ ਨਹੀਂ ਵਿਨਾਸ਼, ਫਿਰ ਮਨੁੱਖ ਦਾ ਜੀਵਨ ਵਿੱਚ ਕਦੀ ਵੀ ਘਾਟਾ ਨਹੀਂ ਪੈਂਦਾ, ਉਹਦਾ ਜੀਵਨ ਵਿਨਾਸ਼ ਨਹੀਂ ਹੁੰਦਾ। ਹਰ ਨਾਨਕ ਕਦੇ ਨਾ ਵਿਸਰੋ, ਇਹੋ ਜੀਓ ਪਿੰਡ ਤੇਰਾ ਸਾਸ। ਸਾਹਿਬ ਕਹਿੰਦੇ ਇਹੀ ਇੱਕ ਸੱਚਾਈ ਆਪਣੇ ਪੱਲੇ ਬੰਨ੍ਹ ਲਓ। ਇਹ ਕਦੀ ਵੀ ਨਾ ਇਸ ਸੱਚ ਨੂੰ ਆਪਣੇ ਜੀਵਨ 'ਚੋਂ ਦੂਰ ਕਰੋ ਕਿ ਆਹ ਜਿਹੜੀ ਆਤਮਾ ਹੈ, ਇਹ ਜਿਹੜਾ ਸਰੀਰ ਆ, ਇਹਦੇ ਵਿੱਚ ਜਿਹੜੇ ਸਾਹ ਆ ਰਹੇ ਨੇ, ਇਹ ਸਭ ਪਰਮਾਤਮਾ ਜੀ ਤੁਹਾਡੇ ਨੇ। ਜਦ ਤੱਕ ਆ ਰਹੇ ਨੇ ਤਦ ਤੱਕ ਜੀਵਨ ਆ। ਜਿੱਦਣ ਇਹ ਸਵਾਸ ਮੁੱਕ ਗਿਆ ਉਦਣ ਮੌਤ ਹੈ। ਫਿਰ ਆਓ ਸੱਚ ਦੇ ਗਿਆਨ ਨੂੰ ਪ੍ਰਾਪਤ ਕਰੀਏ, ਸੱਚ ਦੇ ਰਾਹ 'ਤੇ ਚੱਲੀਏ, ਕਿਉਂਕਿ ਸੱਚੇ ਮਾਰਗ ਚੱਲਦੇ ਹਾਂ। ਉਸਤਤ ਕਰੇ ਜਹਾਨ। ਗੁਰੂ ਜੀ ਕਿਰਪਾ ਕਰਨ। ਗੁਰੂ ਅੰਮ੍ਰਿਤਮਈ ਗੁਰੂ ਸ਼ਬਦ, ਗੁਰੂ ਦੀ ਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ। ਅੱਜ ਸੰਸਾਰ ਦੇ ਵਿੱਚ ਮਨੁੱਖ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਹੈ। ਅਸੀਂ ਵੀ ਖੁਦ ਬੜੀਆਂ ਪਰੇਸ਼ਾਨੀਆਂ ਨਾਲ ਝੂਰ ਰਹੇ ਹਾਂ। ਕਿਉਂਕਿ ਅਸੀਂ ਝੂਠ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਅਸੀਂ ਵੇਖਣ ਨੂੰ ਵੱਡੇ ਹਾਂ, ਪਰ ਬੱਚਿਆਂ ਤੋਂ ਵੀ ਛੋਟੇ ਹਾਂ। ਜਿਵੇਂ ਇੱਕ ਬੱਚਾ ਧੁੰਦ ਨੂੰ ਹੱਥ ਵਿੱਚ ਫੜਨਾ ਚਾਹੁੰਦਾ, ਧੂਏ ਨੂੰ ਹੱਥ ਵਿੱਚ ਫੜਨਾ ਚਾਹਵੇ, ਅਤੇ ਰੇਤ ਨੂੰ ਹੱਥ ਵਿੱਚ ਫੜਨਾ ਚਾਹਵੇ, ਪਾਣੀ ਨੂੰ ਹੱਥ ਵਿੱਚ ਫੜਨਾ ਚਾਹਵੇ, ਜਿਹੜੀ ਨਹੀਂ ਟਿਕਦੀ। ਇਵੇਂ ਜੀਵਨ ਵਿੱਚ ਜਿਹੜੀ ਅਸੀਂ ਦੌੜ ਰਹੇ ਹਾਂ, ਜਿਨ੍ਹਾਂ ਵਸਤੂਆਂ ਨੂੰ ਛੂਹਣਾ ਚਾਹੁੰਦੇ ਹਾਂ, ਉਹ ਵਸਤੂਆਂ ਸਾਡੇ ਹੱਥ ਵਿੱਚ ਨਹੀਂ ਆ ਸਕਦੀਆਂ। ਜਿਹੜੀ ਚੀਜ਼ ਸਾਡੀ ਆਪਣੀ ਹੈ, ਉਹਨੂੰ ਅਸੀਂ ਬੇਗਾਨਾ ਕਰਕੇ ਰੱਖਿਆ, ਅਤੇ ਜਿਹੜੀਆਂ ਬੇਗਾਨੀਆਂ ਨੇ, ਜਿਹੜੀਆਂ ਇੱਥੇ ਹੀ ਰਹਿ ਜਾਣੀਆਂ। ਹੁਣੇ ਮੇਰੇ ਸਾਹ ਨਿਕਲ ਜਾਣ, ਜੋ ਕੁਝ ਮੇਰਾ ਕੋਲ ਹੈ, ਮੇਰੇ ਪਟੂਆ, ਮੇਰੇ ਘੜੀਆਂ, ਮੇਰੀਆਂ ਗੱਡੀਆਂ, ਮੇਰੇ ਘਰ ਕਿਸੇ ਕੰਮ ਦੇ ਨਹੀਂ। ਇਹ ਉਦੋਂ ਤੱਕ ਹੀ ਨੇ ਜਦ ਤੱਕ ਇਹ ਸਰੀਰ ਹੈ। ਪਰ ਸੱਚ ਸਦੀਵੀ ਹੈ, ਸਦੀਵੀ ਸੱਚ ਵਿੱਚ ਸਮਾਉਣਾ ਹੈ। ਸੋ ਗੁਰੂ ਜੀ ਕਿਰਪਾ ਕਰਨ। ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।